ਵੱਡੇ ਵੀਰ ਸਤਪਾਲ ਸਿੰਘ ਜੌਹਲ ਉਹਨਾਂ ਦੇ ਨਾਲ ਕਰਦੇ ਹਾਂ ਆਪਾਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ। ਜੌਹਲ ਸਾਹਿਬ ਤੁਹਾਡਾ ਸਵਾਗਤ ਰੇਡੀਓ ਇੰਤਜ਼ਾਰ ਤੇ ਵਿਜ਼ਨ ਪੰਜਾਬ ਟੀਵੀ ਤੇ ਲਾਈਵ। ਥੈਂਕ ਯੂ ਸੋ ਮਚ ਟੋਨੀ ਜੀ, ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਪਹਿਲਾਂ ਤੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਕਿ ਪੰਜਾਬ ਦੇ ਹਾਲਾਤ ਇੰਨੇ ਕੁ ਮਾੜੇ ਹੋ ਗਏ ਆ, ਲੋਕ ਆਪਣਿਆਂ ਨੂੰ ਛੱਡ ਕੇ ਭੱਜਣ ਲੱਗ ਪਏ ਆ। ਟੋਨੀ ਜੀ ਦੇਖੋ ਵੀ ਭੈਣ ਭਰਾਵਾਂ ਨੂੰ ਆਪਾਂ ਬਹੁਤ ਦੂਰ ਬੈਠੇ ਆ, ਇੱਥੇ ਬੈਠ ਕੇ ਦੇਣੀਆਂ ਤੇ ਖਬਰਾਂ ਚੰਗੀਆਂ ਹੀ ਚਾਹੁੰਦੇ ਹੁੰਦੇ ਆ, ਪਰ ਦੂਸਰੇ ਪਾਸੇ ਹੁਣ ਆਪਾਂ ਦੇਖ ਰਹੇ ਆ ਵੀ ਜਦੋਂ ਸੱਚ ਨੂੰ ਆਪਾਂ ਦਬਾਵਾਂਗੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਸੋ ਜੋ ਕੁਝ ਵਾਪਰ ਰਿਹਾ ਉਹ ਦੱਸਾਂਗੇ ਨਹੀਂ ਤੇ ਫਿਰ ਭੈਣ ਭਰਾ ਅੱਜ ਆਪਾਂ ਜੋ ਸਿੱਟੇ ਭੁਗਤ ਰਹੇ ਆ, ਸਾਡੇ ਉੱਥੇ ਪਿੱਛੇ ਰਹਿ ਗਏ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਆਪਣੇ ਮੁਲਕ ਦੇ ਸਾਰੇ ਪੰਜਾਬੀ ਪੰਜਾਬਣਾ ਭਾਰਤੀ, ਤੇ ਫਿਰ ਇਹੀ ਆ ਨਾ ਜੀ ਵੀ ਉਸ ਵੇਲੇ ਸੱਚ ਛੁਪਾਇਆ ਗਿਆ ਜਦੋਂ ਇਹ ਮਹਾਮਾਰੀ ਤੇ ਕਾਬੂ ਕਰਨ ਦਾ ਸਮਾਂ ਸੀ। ਸੋ ਜਿਸ ਕਰਕੇ ਵੀ ਇਹ ਸਿੱਟੇ ਆਪਣੇ ਸਾਹਮਣੇ ਆ, ਇਹ ਆਪਾਂ ਨੂੰ ਇੱਕ ਲੈਸਨ ਦਿੰਦੇ ਆ ਵੀ ਅਸੀਂ ਜਿਹੜੀ ਨੈਗੇਟਿਵ ਨਿਊਜ਼ ਆ ਬਜਾਏ ਇਹਦੇ ਵੀ ਉਹ ਤੋਂ ਦੁਖੀ ਹੋਈਏ, ਬਲੱਡ ਪ੍ਰੈਸ਼ਰ ਅਪ ਕਰੀਏ, ਅਸੀਂ ਸੱਚਾਈ ਨੂੰ ਪਛਾਣੀਏ ਤੇ ਸੱਚਾਈ ਨੂੰ ਪਛਾਣ ਕੇ ਉਸ ਬੁਰੇ ਸਮੇਂ ਦੇ ਵਿੱਚੋਂ ਨਿਕਲਣ ਦੇ ਲਈ ਜਾਂ ਫਿਰ ਆਉਣ ਵਾਲੇ ਸੰਭਾਵੀ ਬੁਰੇ ਸਮੇਂ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਇਹ ਇਸ ਤਰ੍ਹਾਂ ਦੀ ਨੈਗੇਟਿਵ ਨਿਊਜ਼ ਦਾ ਪਰਪਸ ਇਹ ਹੁੰਦਾ ਹੈ ਜੀ। ਸੋ ਇਹਦੇ ਵਿੱਚ ਇਹ ਨਹੀਂ ਵੀ ਕੋਈ ਮੁਲਕ ਨੂੰ ਬਦਨਾਮ ਕਰਨ ਵਾਲੀ ਗੱਲ ਆ ਜਾਂ ਵੀ ਕਿਸੇ ਕੌਮ ਨੂੰ ਬਦਨਾਮ ਕਰਨ ਵਾਲੀ ਗੱਲ ਆ, ਜਾਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਕੋਲੋਂ ਹੀ ਬਣਾ ਲਈਆਂ ਜਾਂਦੀਆਂ ਕੁਝ ਸ਼ਰਾਰਤੀ ਮਾਨਸਿਕਤਾਵਾਂ ਵੱਲੋਂ। ਪਰਪਸ ਇਹ ਨਹੀਂ ਹੁੰਦਾ ਨਾ, ਇੱਕ ਸੁਹਿਰਦ ਓਨੈਸਟ ਹਾਰਡ ਵਰਕਿੰਗ ਜਰਨਲਿਸਟ ਤੇ ਜਰਨਲਿਜ਼ਮ ਦਾ ਪਰਪਸ ਇਹੀ ਹੁੰਦਾ, ਜੋ ਕੁਝ ਸਮਾਜ ਦੇ ਵਿੱਚ ਵਾਪਰ ਰਿਹਾ, ਜੋ ਕੁਝ ਸੰਸਥਾਵਾਂ ਦੇ ਵਿੱਚ, ਜੋ ਕੁਝ ਸਰਕਾਰਾਂ ਦੇ ਵਿੱਚ ਵਾਪਰ ਰਿਹਾ ਜਿਹੜਾ ਕਿ ਲੋਕ ਹਿੱਤ ਵਿੱਚ ਨਹੀਂ ਹੈ, ਉਹ ਗੱਲ ਕੱਢ ਕੇ ਬਾਹਰ ਲਿਆਉਣਾ, ਲੋਕਾਂ ਸਾਹਮਣੇ ਰੱਖਣਾ, ਇਹ ਪੱਤਰਕਾਰੀ ਦੀ ਜਰਨਲਿਜ਼ਮ ਦੀ ਡਿਊਟੀ ਹੈ। ਤੇ ਜੇ ਉਹ ਝੂਠ ਕੂੜ ਕਬਾੜਾ ਕੱਢ ਕੇ ਬਾਹਰ ਲਿਆਉਣ ਨੂੰ ਜਾਣੀ ਕਿ ਦੇਸ਼ ਵਿਰੋਧੀ ਕਿਹਾ ਜਾਣਾ, ਪੰਥ ਵਿਰੋਧੀ, ਕੌਮ ਵਿਰੋਧੀ ਤੇ ਹੋਰ ਪਤਾ ਨਹੀਂ ਕੀ ਹੈ ਨਾ, ਵੀ ਜਾਣੀ ਆਪ ਪੰਥ ਦਾ ਚੋਲਾ ਪਾ ਕੇ ਤੇ ਅਸੀਂ ਭਾਵੇਂ ਚਿੱਠੀਆਂ ਵੇਚੀ ਜਾਈਏ ਲੋੜਵੰਦ ਸਿੱਖਾਂ ਨੂੰ ਆਪੇ ਹੀ ਹੈ ਨਾ। ਹਾਂਜੀ ਯੂ ਨੇਮ ਇਟ, 50,000 ਤੇ ਕੁਛ ਵੀ ਨਹੀਂ। ਹਾਂਜੀ ਅੱਛਾ, ਉਹ ਗੱਲ ਜਿਹੜੀ ਪੱਤਰਕਾਰ ਬਾਹਰ ਕੱਢ ਕੇ ਲਿਆਊਗਾ ਉਹ ਪੰਥ ਵਿਰੋਧੀ ਹੋ ਗਿਆ। ਹਾਂਜੀ ਸੋ ਹੁਣ ਤੁਸੀਂ ਦੇਖ ਲਓ ਵੀ ਕਈ ਵਾਰੀ ਆਪਾਂ ਜਾਣੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ, ਸੋ ਕਹਿਣ ਦਾ ਮਤਲਬ ਜੋ ਕੁਝ ਅੱਜ ਸਾਡੇ ਪੰਜਾਬ ਦੀ ਧਰਤੀ ਤੇ ਵਾਪਰ ਰਿਹਾ ਸਾਨੂੰ ਬੜਾ ਦੁੱਖ ਹੈ। ਆਪਾਂ ਇਹ ਇਤਿਹਾਸ ਦੇ ਵਿੱਚ ਪਿੱਛੇ ਵਰ ਕੇ ਫਰੋਲ ਕੇ ਦੇਖ ਰਹੀਏ, ਇਹ ਜਿਹੜੀ ਅੱਜ ਹਾਲਤ ਉੱਥੇ ਮਨੁੱਖਤਾ ਦੀ, ਹਿਊਮੈਨਿਟੀ ਦੀ ਹੋ ਰਹੀ ਆ, ਇਹ ਇਤਿਹਾਸ ਦੇ ਵਿੱਚ ਇਹਦੀ ਕੋਈ ਐਗਜ਼ਾਮਪਲ ਨਹੀਂ ਮਿਲਦੀ, ਉਦਾਹਰਣ ਨਹੀਂ ਮਿਲਦੀ ਹੈ ਨਾ। ਸੋ ਇਸ ਕਰਕੇ ਇਹ ਹੈ ਜੀ ਵੀ ਸਾਡੇ ਸੰਭਲਣ ਦਾ ਵੇਲਾ ਹੈ। ਮੈਂ ਇਹ ਕੱਲ੍ਹ ਵੀ ਕੁਝ ਲੋਕਾਂ ਨਾਲ ਉੱਥੇ ਗੱਲਾਂ ਹੋਈਆਂ, ਅੱਜ ਵੀ ਹੋਈਆਂ, ਇੱਥੋਂ ਕੈਨੇਡੀਅਨ ਸਿਟੀਜ਼ਨ ਹੋਣ ਦੇ ਬਾਵਜੂਦ ਬਾਹਾਂ ਫੜਦਿਆਂ ਰੁਕੇ ਨਹੀਂ ਲੋਕ, ਬਿਨਾਂ ਗੱਲ ਤੋਂ ਉੱਥੇ ਜਾ ਕੇ ਬੈਠੇ ਨੇ ਤੇ ਹੁਣ ਫਸੇ ਹੋਏ ਆ ਤੇ ਉਹਨਾਂ ਨੂੰ ਮਤਲਬ ਸਾਡੀ ਉਹਨਾਂ ਨਾਲ ਸਿੰਪਥੀ ਹੈਗੀ ਆ। ਅਸੀਂ ਇਹ ਵੀ ਚਾਹੁੰਦੇ ਹਾਂ ਵੀ ਉਹ ਆ ਜਾਣ ਉੱਥੋਂ, ਰਿਸਕ ਦੇ ਵਿੱਚੋਂ ਨਿਕਲਣ, ਕਿਉਂਕਿ ਜੇ ਕੋਈ ਗਲਤੀ ਕਰ ਗਿਆ, ਢੀਠ ਤਬੀਅਤ ਸੀਗੀ, ਨਹੀਂ ਮੰਨੀ ਉਸ ਵੇਲੇ ਪ੍ਰਾਈਮ ਮਿਨਿਸਟਰ ਦੀ ਵੀ ਗੱਲ, ਬਾਰ-ਬਾਰ ਅਪੀਲਾਂ ਹੋ ਰਹੀਆਂ ਮੀਡੀਆ ਦੇ ਵਿੱਚ ਸਭ ਕੁਝ ਵੀ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ। ਹੁਣ ਘਰੋਂ ਬਾਹਰ ਨਿਕਲਣ ਦੇ ਬਜਾਏ ਅਸੀਂ ਮੁਲਕੋਂ ਹੀ ਬਾਹਰ ਨਿਕਲ ਗਏ, ਉਹ ਵੀ ਆਪਣੀ ਮਰਜ਼ੀ ਨਾਲ, ਬਿਨਾਂ ਕਿਸੇ ਕੰਮ ਤੋਂ, ਬਿਨਾਂ ਕਿਸੇ ਗੱਲ ਤੋਂ, ਸ਼ੌਂਕੀਆ ਤੌਰ ਤੇ। ਹਾਂਜੀ ਸੋ ਇਹ ਜਿਹੜਾ ਫਿਰ ਨਹੀਂ ਟਿਕਾ ਤੇ ਹੁਣ ਉੱਥੇ ਨਹੀਂ ਟਿਕਾ ਵੀ ਸਾਨੂੰ ਜਿਉਂ ਫਲਾਈਟਾਂ ਰੁਕੀਆਂ ਹੁਣ ਸਾਨੂੰ ਕੱਢੋ ਜੀ। ਸੋ ਇਸ ਕਰਕੇ ਆਸਟ੍ਰੇਲੀਆ ਨੇ ਆਪਣੀਆਂ ਜਿਹੜੀਆਂ ਸਪੈਸ਼ਲ ਫਲਾਈਟਸ ਆ ਟੋਨੀ ਜੀ ਉਹ ਸ਼ੁਰੂ ਕਰ ਲਈਆਂ, ਉੱਥੋਂ ਸਿਟੀਜ਼ਨਸ ਨੂੰ ਕੱਢਿਆ ਜਾ ਰਿਹਾ, ਪਰ ਕੈਨੇਡਾ ਦਾ ਇਹੋ ਜਿਹਾ ਹਜੇ ਕੋਈ ਪ੍ਰੋਗਰਾਮ ਨਹੀਂ, ਕਿਉਂਕਿ ਇਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਜਾਇਓ ਨਾ, ਕੋਵਿਡ ਦੀ ਸਿਚੁਏਸ਼ਨ ਕਦੇ ਵੀ ਵਿਗੜ ਸਕਦੀ ਹੈ ਤੇ ਫਿਰ ਤੁਸੀਂ ਕਹਿਣਾ ਵੀ ਸਾਨੂੰ ਕੱਢੋ, ਤੇ ਸਾਡੇ ਕੋਲੋਂ ਕੱਢਿਆ ਨਹੀਂ ਫਿਰ ਜਾਣਾ, ਤੁਹਾਨੂੰ ਅਸੀਂ ਅੱਗੇ ਕੱਢਿਆ। ਬਿਲਕੁਲ ਜੀ, ਪਹਿਲਾਂ ਦੇਖੋ ਛੋਟੀ ਜਿਹੀ ਜਿਹੜੀ ਵਿੰਡੋ ਸੀ ਉਹ ਵੀ ਬੰਦ ਕਰਾ ਲਈ ਸਾਡੇ ਭੈਣ ਭਰਾਵਾਂ ਨੇ। ਹਾਂਜੀ ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਹੁਣ ਜਿੱਥੇ ਕੋਈ ਬੈਠੇ ਨੇ, ਇੱਕ ਤੇ ਵੀ ਚਲੋ ਕੈਨੇਡੀਅਨ ਸਿਟੀਜ਼ਨ ਹੋਣ ਦੇ ਨਾਤੇ, PR ਹੋਣ ਦੇ ਨਾਤੇ, ਜੇ ਉਹ ਆਪਣੇ ਬਲਬੂਤੇ ਇੱਥੇ ਪਹੁੰਚ ਜਾਣ ਤੇ ਉਹਨਾਂ ਨੂੰ ਇਨਕਾਰ ਕੋਈ ਨਹੀਂ, ਉਹਨਾਂ ਨੂੰ ਐਂਟਰੀ ਮਿਲੇਗੀ, ਪਰ ਆਉਣ ਦਾ ਪ੍ਰਬੰਧ ਮਤਲਬ ਆਪਣਾ ਆਪ ਕਰਨਾ ਪੈਣਾ। ਕਹਿ ਲਓ ਵੀ ਹੁਣ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਸੋ ਇਹ ਟੈਕਸ ਫੇਅਰ ਹੋਣਾ ਜਾਂ ਸਰਕਾਰ ਤੇ ਉਲਾਂਭੇ, ਉਹਦੀ ਬਜਾਏ ਜਾਣੀ ਕਿ ਵੀ ਸਰਕਾਰ ਨੇ ਜਿਹੜਾ ਇਹ ਵੱਡੀ ਸਟਰਗਲ ਕੋਵਿਡ ਦੇ ਦੌਰਾਨ ਇੱਕ ਵਾਰੀ ਪਿਛਲੇ ਸਾਲ ਲੋਕਾਂ ਨੂੰ ਇਕੱਠੇ ਕੀਤਾ ਸੀ, ਨਾਲ ਦੀ ਨਾਲ ਅਪੀਲਾਂ ਕੀਤੀਆਂ ਜਾਂਦੀਆਂ ਰਹੀਆਂ ਵੀ ਤੁਸੀਂ ਹੁਣ ਜਾਇਓ ਨਾ। ਜਿਨ੍ਹਾਂ ਨੇ ਉਹ ਨਹੀਂ ਸੁਣੀਆਂ, ਥੋੜ੍ਹਾ ਜਿਹਾ ਉਹਨਾਂ ਨੂੰ ਹੁਣ ਕਹਿ ਲਓ ਵੀ ਉਹ ਦਰਦ ਮਹਿਸੂਸ ਤਾਂ ਹੋ ਰਿਹਾ। ਅਸੀਂ ਵੀ ਚਾਹੁੰਦੇ ਹਾਂ ਵੀ ਇੱਦਾਂ ਨਾ ਹੋਵੇ। ਕੈਨੇਡੀਅਨ ਸਿਟੀਜ਼ਨ ਇਜ਼ ਕੈਨੇਡੀਅਨ ਸਿਟੀਜ਼ਨ, ਉਹਨਾਂ ਨੂੰ ਉੱਥੇ ਮਰਨ ਲਈ ਛੱਡਿਆ ਨਹੀਂ ਜਾਣਾ ਚਾਹੀਦਾ, ਨਹੀਂ ਛੱਡ ਸਕਦੇ ਆਪਾਂ ਆਪਣੇ ਜਿਹੜੇ ਸਿਟੀਜ਼ਨਸ ਨੇ ਵੀ ਹੁਣ ਤੁਸੀਂ ਇੱਥੇ ਫਸ ਗਏ ਹੋ, ਮੌਤ ਦਾ ਤਾਂਡਵ ਚੱਲ ਰਿਹਾ ਤੇ ਚੱਲੋ, ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ। ਉਹਨਾਂ ਦੀ ਸਹਾਇਤਾ ਤੇ ਹੋਣੀ ਚਾਹੀਦੀ ਆ, ਪਰ ਇਹਦੇ ਨਾਲ ਹੀ ਜਾਣੀ ਕਿ ਸਾਨੂੰ ਇਹਦੇ ਵਿੱਚੋਂ ਲੈਸਨ ਵੀ ਲਰਨ ਕਰਨਾ ਚਾਹੀਦਾ। ਦੂਸਰੇ ਪਾਸੇ ਸਿਚੁਏਸ਼ਨ ਥੋੜ੍ਹੀ ਜਿਹੀ ਸਟੇਬਲ ਹੁੰਦੀ ਲੱਗ ਰਹੀ ਟੋਨੀ ਜੀ, ਵਿੱਚ ਲਿਟਲ ਗੁੱਡ ਨਿਊਜ਼ ਹੈ ਨਾ। ਤੇ ਭਾਰਤ ਦੇ ਵਿੱਚ ਵੀ ਪਿਛਲੇ ਜਾਣੀ 4-5 ਦਿਨਾਂ ਤੋਂ
ਡੇਲੀ ਬੇਸਿਸ ਤੇ ਜਿਹੜੇ ਪੋਜ਼ਿਟਿਵ ਕੇਸਸ ਆਉਂਦੇ ਸੀਗੇ 4 ਲੱਖ ਤੋਂ ਉਹ ਮੁੜੇ ਆ। ਹੁਣ ਅੱਜ ਵੀ 3,62,000 ਜਿਹੜੇ ਪੋਜ਼ਿਟਿਵ ਕੇਸਸ ਆਏ ਆ। ਡੈਥ ਰੇਟ ਵੀ ਥੋੜਾ ਸਟੇਬਲ ਹੋ ਗਿਆ, ਮਤਲਬ 4,000 ਦੇ ਆਸ-ਪਾਸ ਹੈ, ਪਰ ਪੰਜਾਬ ਦੇ ਵਿੱਚ ਜਿਹੜਾ 200 ਤੋਂ ਉੱਤੇ ਪਰ ਡੇ ਡੈਥ ਰੇਟ ਰਹਿ ਰਿਹਾ ਜੀ, ਵੀ ਇਹ ਫਿਕਰਮੰਦੀ ਵਾਲੀ ਗੱਲ ਹੈ। ਸੋ ਇਸ ਕਰਕੇ ਦੂਸਰੇ ਪਾਸੇ ਸਾਹ ਲੈਣ ਦੇ ਲਈ ਤੁਹਾਨੂੰ ਪਤਾ ਵੀ ਆਕਸੀਜਨ ਹੈ, ਤੇ ਦੂਸਰੇ ਪਾਸੇ ਇਹ ਕੋਵਿਡ ਤੋਂ ਬਚਣ ਦੇ ਲਈ ਵੈਕਸੀਨ ਹੈ। ਇਹ ਆਕਸੀਜਨ ਤੇ ਵੈਕਸੀਨ ਦੇ ਉੱਤੇ ਜਿਹੜਾ ਗਵਰਨਮੈਂਟ ਨੇ GST ਠੋਕਿਆ ਹੋਇਆ, ਇਹ ਤੇ ਵੀ ਸਖਤ ਇਤਰਾਜ਼ ਹੋਣਾ ਚਾਹੀਦਾ ਹੈ। ਵੀ ਹੁਣ ਕੈਨੇਡਾ ਦੀ ਗਵਰਨਮੈਂਟ ਨੇ ਤਾਂ ਜ਼ਰੂਰੀ ਨਹੀਂ ਵੀ ਉਹ ਰੈਜ਼ੀਡੈਂਟ ਹੋਵੇ, ਜ਼ਰੂਰੀ ਨਹੀਂ ਉਹ ਸਿਟੀਜ਼ਨ ਹੋਵੇ, ਕੋਈ ਵੀ ਭੈਣ ਭਾਈ ਜਿਹੜਾ ਫਿਜ਼ੀਕਲੀ ਕੈਨੇਡਾ 'ਚ ਪ੍ਰੈਜ਼ੈਂਟ ਆ, ਲੰਗਰ ਲੱਗੇ ਹੋਏ, ਦਵਾਈਆਂ ਲਵਾਓ, ਵੈਕਸੀਨ ਲਵਾਓ, ਟੀਕਾ ਲਵਾਓ, ਉਹ ਤਰਲੇ ਕਰ ਰਹੇ ਹੋ, ਆ ਕੇ ਲਵਾਈ ਜਾਓ, ਬਸ ਇੰਨਾ ਹੀ ਆ ਪੈਸੇ ਦੀ ਤੇ ਪ੍ਰਾਈਸ ਦੀ। ਜੌਲ ਸਾਹਿਬ ਦੂਜੇ ਬੰਨੇ ਦੇਖੋ ਜੀ, ਕੱਲ ਮੈਂ ਨਿਊਜ਼ ਪੜ੍ਹਿਆ ਸੀਗਾ ਜਲੰਧਰ ਦੇ ਵਿੱਚ ਹੋਰ 2-3 ਜਿਹੜੇ ਜ਼ਿਲ੍ਹੇ ਨੇ ਉੱਥੇ ਵੈਕਸੀਨ ਹੈ ਨਹੀਂ ਗੀ, ਦੇਖ ਲਓ। ਵੈਕਸੀਨ ਦੀ ਸਪਲਾਈ ਦੀ ਬਹੁਤ ਵੱਡੀ ਘਾਟ ਹੈ। ਹੁਣ ਤੁਸੀਂ ਦੇਖੋ ਨਾ ਵੀ ਉੱਥੇ ਆਪਾਂ ਕਈ ਵਾਰੀ ਪਹਿਲਾਂ ਸ਼ੇਖੀ ਤਾਂ ਮਾਰਦੇ ਹੁੰਦੇ ਸੀ ਵੀ ਅਸੀਂ 125 ਕਰੋੜ ਆ ਤੇ ਸਾਡੇ ਕੋਲ ਮਤਲਬ ਯੂਥ ਪਾਪੂਲੇਸ਼ਨ ਤੇ ਅਸੀਂ ਪਤਾ ਨਹੀਂ ਕਿੱਡੀ ਕੁ ਵੱਡੀ ਸ਼ਕਤੀਆਂ ਮਹਾਨ ਆ, ਚਲੋ ਉਹ ਵੀ ਠੀਕ ਆ, ਪਰ ਅੱਜ ਜੋ ਉੱਥੇ ਰਫ਼ਤਾਰ ਹੈ ਲੋਕਾਂ ਨੂੰ ਵੈਕਸੀਨੇਟ ਕਰਨ ਦੀ, ਇਦਾਂ ਤੇ ਲੱਗ ਰਿਹਾ ਵੀ ਉਹਨਾਂ ਨੇ 10 ਸਾਲ ਤੱਕ ਨਹੀਂ ਪੂਰੇ ਭਾਰਤ 'ਚ ਲੋਕਾਂ ਨੂੰ ਵੈਕਸੀਨੇਟ ਕਰ ਪਾਉਣਾ। ਹਨਾ, ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਬਹੁਤ ਇਹ ਪਾਲਿਸੀ ਪਹਿਲਾਂ ਦੂਰਅੰਦੇਸ਼ੀ ਨਾਲ ਨਹੀਂ ਚੱਲਿਆ ਗਿਆ, ਅੱਜ ਹੀ ਚੱਲ ਲਿਆ ਜਾਵੇ, ਅੱਜ ਵੀ ਨਹੀਂ ਚੱਲਿਆ ਜਾ ਰਿਹਾ ਦੂਰਅੰਦੇਸ਼ੀ ਨਾਲ, ਵੀ ਅਸੀਂ ਜੰਗੀ ਪੱਧਰ ਤੇ ਸ਼ੁਰੂ ਕਰ ਲਈਏ ਭੈਣ ਭਰਾਵਾਂ ਨੂੰ ਵੈਕਸੀਨੇਟ ਕਰਨਾ। ਤੁਸੀਂ ਦੇਖੋ ਸਾਡੇ ਇੱਥੇ ਤੁਸੀਂ ਥੋੜਾ ਜਿਹਾ 2-4 ਕਿਲੋਮੀਟਰ ਵੀ ਜਾਓ ਨਾ, ਬਰੈਂਪਟਨ ਦੇ ਵਿੱਚ ਹੀ ਮਿਸਿਸਾਗਾ 'ਚ ਚਲੇ ਜਾਓ, ਟੋਰਾਂਟੋ ਚਲੇ ਜਾਓ, ਤੁਹਾਨੂੰ 1-2 ਕਲੀਨਿਕ ਜ਼ਰੂਰ ਮਿਲ ਜਾਣਗੇ ਜਿਹੜੇ ਉਹ ਤਰਲੇ ਕਰ ਰਹੇ ਵੀ ਆ ਕੇ ਲਵਾ ਜਾਓ। ਬਿਲਕੁਲ ਜੀ, 2-3 ਕਿਲੋਮੀਟਰ ਤੇ ਜੌਲ ਸਾਹਿਬ ਬਿਲਕੁਲ ਵੈਕਸੀਨੇਟ ਜਿਹੜੇ ਖੁੱਲੇ ਹੋਏ ਆ ਜੀ। ਤੇ ਹੁਣ ਮੈਨੂੰ ਕੱਲ ਇੱਕ ਭਗਤ ਦਾ ਮੈਸੇਜ ਆਇਆ ਸੀ, ਮੈਂ ਉਹ ਜਦੋਂ ਆਪਾਂ ਪ੍ਰਾਈਸ ਤੇ ਇਤਰਾਜ਼ ਉਠਾਉਂਦੇ ਆ ਵੀ ਤੁਸੀਂ ਰੂਸ ਤੋਂ ਜੇ ਦਵਾਈ ਮੰਗਾ ਹੀ ਲਈ ਆ 948 ਰੁਪਏ ਪਲੱਸ 5% GST, ਇਹ ਪਰ ਡੋਜ਼ ਯਾਨੀ 1000 ਰੁਪਇਆ ਕਾਸਟ ਕਰੇਗੀ। ਹੁਣ ਉਹ ਸਪੂਤਨਿਕ ਰੂਸੀ ਦਵਾਈ ਇੰਡੀਆ ਦੇ ਵਿੱਚ ਉਹੀ ਬੰਦਾ ਲਵਾਊ ਨਾ ਜਿਹਦੀ ਜੇਬ 'ਚ 1000 ਦਾ ਨੋਟ ਹੈਗਾ। ਬਿਲਕੁਲ ਜੀ ਬਿਲਕੁਲ। ਹੁਣ ਬਾਕੀ ਵਿਚਾਰਾ ਜਿਹੜਾ ਰਿਕਸ਼ਾ ਚਾਲਕ ਹੈ, ਟੈਕਸੀ ਡਰਾਈਵਰ ਆ, ਜਾਂ ਉਹ 1000 ਨਾ ਉਹਨਾਂ ਕੋਲ ਹੋਵੇ ਤੇ ਨਾ ਉਹ ਉਹਨੂੰ ਲਵਾਉਣ। ਉਹਨਾਂ ਕੋਲ ਜਿਹੜੀਆਂ ਆਪਸ਼ਨਸ ਆ ਦਵਾਈਆਂ, ਹਨਾ, ਵੀ ਉਹ ਲਵਾ ਕੇ ਕਿਸੇ ਨੂੰ ਕੱਲ ਕੋਈ 100 ਸਾਈਡ ਇਫੈਕਟ ਵੀ ਹੋਇਆ ਕਿ ਨਹੀਂ, ਇੱਥੇ ਕੈਨੇਡਾ 'ਚ ਮੌਤਾਂ ਹੋ ਚੁੱਕੀਆਂ, ਦਵਾਈ ਲਾਉਣੀ ਉਹਨਾਂ ਨੇ ਬੰਦ ਕਰ ਦਿੱਤੀ, ਵੀ ਉੱਥੇ ਇਹ ਇਦਾਂ ਦਾ ਐਕਸਪੈਰੀਮੈਂਟ ਕਿਸੇ ਨੇ ਕੀਤਾ ਵੀ ਦਵਾਈ ਲਵਾਉਣ ਤੋਂ ਬਾਅਦ ਕਿਸੇ ਨੂੰ ਅਸਰ ਕੀ ਹੋਇਆ, ਕੋਈ ਮਰਿਆ ਵੀ ਉਹਦੇ ਨਾਲ, ਕਿ ਜਾਂ ਉਦਾਂ ਹੀ ਅੰਨ੍ਹੇਵਾਹੀ ਕੋਵਿਡ ਦੇ ਖਾਤੇ 'ਚ ਹੀ ਸਾਰਿਆਂ ਨੂੰ ਪਾਈ ਜਾ ਰਹੇ ਹੋ। ਪੁੱਛਦਾ ਹੀ ਕੋਈ ਨਹੀਂ ਜੌਲ ਸਾਹਿਬ, ਉੱਥੇ ਪੁੱਛਦਾ ਹੀ ਕੋਈ ਨਹੀਂਗਾ। ਸੋ ਇਸ ਕਰਕੇ ਟੋਨੀ ਜੀ ਮੈਂ ਸਮਝਦਾ ਵੀ ਇੱਕ ਇਨਸਾਨ ਆ ਜਾਂ ਇੱਕ ਸਿਸਟਮ ਆ, ਇੱਕ ਜਿਹੜੀ ਸਰਕਾਰ ਆ, ਜੇ ਅਸੀਂ ਉਹਨੂੰ ਕਵਰ ਅਪ ਹੀ ਕਰੀ ਜਾਂਦੇ ਆ, ਜੇ ਅਸੀਂ ਉਹਦੀਆਂ ਸਿਫਤਾਂ ਹੀ ਕਰੀ ਜਾਂਦੇ ਆ, ਹਨਾ, ਜੇ ਸਿਫਤਾਂ ਹੀ ਕਰੀ ਜਾਂਦੇ ਆ ਵੀ ਜੇ ਕਿਸੇ ਨੇ ਕੋਈ ਉਹਦੇ ਵਿੱਚ ਮਤਲਬ ਮਾੜਾ ਮੋਟਾ ਕੋਈ ਨੁਕਸ ਕੱਢਿਆ ਤੇ ਉਹ ਦੇਸ਼ ਵਿਰੋਧੀ ਹੋ ਗਿਆ, ਹਨਾ, ਉਹ ਬੇਅਕਲਾ ਬੰਦਾ ਹੋ ਗਿਆ। ਹਾਂਜੀ, ਸੋ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਅਸੀਂ ਝੂਠੀਆਂ ਆ ਜਿਹੜੇ ਹੁਣ ਨਿਆਣੇ ਵਿਗੜਦੇ ਗੈਂਗਾਂ ਦੇ ਵਿੱਚ ਸ਼ਾਮਲ ਹੁੰਦੇ ਆ, ਕਿਉਂ ਹੁੰਦੇ ਆ? ਇਹਦੇ ਵਿੱਚ ਮੈਜੋਰਿਟੀ ਪੇਰੈਂਟਸ ਇਹੋ ਜਿਹੇ ਆ ਜਿਹੜੇ ਕਿ ਆਪਣੀ ਔਲਾਦ ਦੀ ਸਿਰਫ ਸਿਫਤ ਕਰਨਾ ਤੇ ਸਿਫਤ ਸੁਣਨਾ ਚਾਹੁੰਦੇ ਆ, ਉਹਨਾਂ ਦੀ ਨੁਕਸ ਨੂੰ ਉਹ ਨਾ ਢੱਕੀ ਜਾਂਦੇ ਨੇ, ਪਹਿਲੀ ਗੱਲ ਤੇ ਜਾਣਬੁੱਝ ਕੇ, ਹਨਾ, ਲੁਕ ਛੁਪਾਈ ਜਾਂਦੇ ਨੇ, ਤੇ ਜੇ ਕੋਈ ਬਾਹਰੋਂ ਆ ਕੇ ਦੱਸੇ ਉਹਨੂੰ ਮੰਨਣਾ ਨਹੀਂ ਵੀ ਇਹ ਤਾਂ ਜੀ ਸਾਡੇ ਨਿਆਣੇ ਨੂੰ ਐ ਕਹਿਤਾ। ਇਦਾਂ ਹੀ ਆ ਜਾਣੀ ਵੀ ਸਰਕਾਰਾਂ ਦੇ ਵੀ ਜੇ ਹੁਣ ਉੱਥੇ ਤੁਸੀਂ ਨੁਕਸ ਕੱਢੋ ਬੀਇੰਗ ਮੀਡੀਆ, ਤੇ ਤੁਸੀਂ ਮੀਡੀਆ ਦੇਸ਼ ਵਿਰੋਧੀ ਹੋ ਗਿਆ। ਬਿਲਕੁਲ ਜੀ। ਸੋ ਹੁਣ ਗਲਤੀਆਂ ਤੇ ਆਪਣੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਕੰਧ ਤੇ ਲਿਖੀਆਂ ਹੋਈਆਂ ਕਮਜ਼ੋਰੀਆਂ ਸਾਹਮਣੇ ਨਜ਼ਰ ਆ ਰਹੀਆਂ। ਹੁਣ ਤੁਸੀਂ ਪਿਛਲੇ ਟੋਨੀ ਜੀ ਹੈਰਾਨ ਹੋ ਜਾਓਗੇ, 4 ਮਈ ਤੇ ਅੱਜ ਹੈਗੀ 16 ਮਈ, 16 ਜੀ, ਇਹ ਦਿਨ ਬਣਦੇ ਆ 12। 12 ਦਿਨਾਂ ਦੇ ਵਿੱਚ 9 ਵਾਰੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਇੰਡੀਆ 'ਚ ਵਧਾਈ ਹੈ। 9 ਵਾਰੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਅੱਜ 9ਵੀਂ ਵਾਰੀ ਸਰਕਾਰ ਨੇ ਲਿਖ ਕੇ ਵਧਾਈ ਆ, ਠੀਕ ਹੈ। ਤੇ ਹੁਣ ਤੁਸੀਂ ਦੇਖੋ ਜਲੰਧਰ ਦੇ ਵਿੱਚ ਇਸ ਵੇਲੇ 1 ਲੀਟਰ ਪੈਟਰੋਲ 94 ਰੁਪਏ ਦਾ ਹੈ। ਉਹ 94 ਰੁਪਏ ਨੂੰ ਕੈਨੇਡੀਅਨ ਡਾਲਰ 'ਚ ਕਨਵਰਟ ਕਰੋ ਤੇ $1 ਤੇ 55 ਸੈਂਟ ਐਟਲੀਸਟ ਬਣਦੇ ਆ। ਤੇ ਬਰੈਂਪਟਨ 'ਚ ਕਿੰਨੇ ਦਾ 1 ਲੀਟਰ? $1 ਤੇ 30 ਸੈਂਟ ਦਾ। ਇੱਕ 30 ਤੇ ਜੇ ਸ਼ਾਮ ਨੂੰ ਪਾਉਣਾ ਤੇ ਇੱਕ 20 18 ਦਾ ਹੋ ਜਾਂਦਾ ਜੀ। ਅੱਛਾ, ਹੁਣ ਭਾਰਤ ਦੇ ਵਿੱਚ ਆਪਾਂ ਕਹਿੰਦੇ ਜੀ ਸਸਤਾ ਬਹੁਤ ਸਮਾਨ, ਉੱਥੇ $1 ਤੇ 55 ਸੈਂਟ ਦਾ ਪਹਿਲਾਂ ਤੇ ਲੀਟਰ ਪੈਣਾ, ਹਨਾ, ਤੁਹਾਡੀ ਗੱਡੀ 'ਚ। ਹਾਂਜੀ। ਅੱਛਾ, ਤੇ ਮਿਨੀਮਮ ਵੇਜ ਕਿੰਨੀ? 300 ਰੁਪਏ। ਸਾਡੇ ਇੱਥੇ ਮਿਨੀਮਮ ਵੇਜ ਕਿੰਨੀ? $15 ਘੰਟਾ। ਹਾਂਜੀ। ਕਿੱਦਾਂ ਕੰਪੇਅਰ ਕਰੋਗੇ ਫਿਰ? ਕੋਈ ਕੰਪੇਅਰ ਨਹੀਂ ਜੀ ਉਹਨਾਂ ਦੇ ਦੋਨਾਂ ਦੇਸ਼ਾਂ ਦੇ ਵਿੱਚ। ਸੋ ਅੱਛਾ ਰਾਜਸਥਾਨ ਚਲ ਜਾਓ,
103 ਰੁਪਏ ਦਾ ਪਰ ਲੀਟਰ ਗੰਗਾ ਨਗਰ ਦੇ ਵਿੱਚ 103 ਰੁਪਏ ਦਾ, ਉਹਨੂੰ ਕਨਵਰਟ ਕਰ ਲਓ, ਮਹਿੰਗਾ ਕਰਤਾ ਜੀ। ਉਹ ਤੇ $1 ਤੇ 60-65 ਸੈਂਟ ਨੂੰ ਪਹੁੰਚ ਗਿਆ। ਹਾਂਜੀ ਹਾਂਜੀ ਤੇ ਬਰੈਂਪਟਨ ਚ ਟੋਰਾਂਟੋ ਚ ਆਪਾਂ ਕਿੰਨੇ ਖੁਸ਼ਕਿਸਮਤ ਆ ਵੀ $1 ਤੇ 30 31 32 ਸੈਂਟ ਲੈ ਲੈਣਗੇ ਵੱਧ ਤੋਂ ਵੱਧ। ਵੱਧ ਤੋਂ ਵੱਧ ਜੀ। ਹਾਂਜੀ ਸੋ ਇਸ ਕਰਕੇ ਇਹ ਆਪਾਂ ਮੁਲਕਾਂ ਨੂੰ ਭੰਡਣਾ ਚੰਗਾ ਲੱਗਦਾ, ਇੱਥੇ ਨਵੇਂ ਕੱਪੜੇ ਪਾ ਕੇ ਐਵੇਂ ਨਵੇਂ ਸਮਾਨ ਚੁੱਕ ਕੇ ਆ ਕੇ, ਪਰ ਥੋੜਾ ਜਿਹਾ ਅਸੀਂ ਕੰਧ ਤੇ ਲਿਖੀਆਂ ਸੱਚਾਈਆਂ ਨੂੰ ਦੇਖ ਲਈਏ ਵੀ ਅਸੀਂ ਭੱਜਣ ਨੂੰ ਕਾਲੇ ਸੀ ਕਿਉਂ, ਹਾਂ ਕਿਉਂ ਤੇ ਰਹਾਂਗੇ ਕਿਉਂ। ਹਾਂਜੀ ਤੇ ਜੇ ਕੰਧ ਤੇ ਲਿਖਿਆ ਨਹੀਂ ਪੜਨਾ, ਝੂਠ ਦੀ ਜ਼ਿੰਦਗੀ ਜੀਣੀ ਆ, ਤੇ ਫਿਰ ਹਰ ਇੱਕ ਦੀ ਆਪਣੀ ਮੌਜ ਹੈ। ਫਿਰ ਧਰਤੀ ਦੇ ਸਾਰੇ ਟੁਕੜੇ ਆਪਾਂ ਗਾ ਲਈਏ ਭਾਵੇਂ, ਸਬਰ ਸੰਤੋਖ ਦੀ ਸਵਰਗੀ ਜੀਵਨ ਕਿਤੇ ਪ੍ਰਾਪਤ ਨਹੀਂ ਹੋਏਗਾ, ਕਿਉਂਕਿ ਅਸੀਂ ਸੱਚ ਤੋਂ ਅੱਖਾਂ ਮੀਟੀਆਂ ਹੋਈਆਂ ਨੇ। ਬਿਲਕੁਲ। ਜੋਲ ਸਾਹਿਬ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਆ ਗੈਂਗਵਾਰ ਦੀ ਸ਼ੁਰੂ ਕੀਤੀ ਆ, ਤੇ ਗੈਂਗਵਾਰ ਦੇਖੋ ਜੀ ਵੈਨਕੂਵਰ ਦੇ ਵਿੱਚ ਮੇਰਾ ਖਿਆਲ 2 ਵੀਕਾਂ ਦਾ ਟਾਈਮ ਨਹੀਂ ਹੋਇਆ ਕਿ ਇੱਕ ਕਾਮਰਨ ਨਾਂ ਦੇ ਸ਼ਖਸ ਨੂੰ ਜਿਹੜੀਆਂ ਗੋਲੀਆਂ ਮਾਰ ਗਈਆਂ ਸੀ 에ਅਰਪੋਰਟ ਤੇ ਹੁਣ ਜੀ ਦੂਜੀ ਪਾਰਟੀ ਨੇ ਬਦਲਾ ਵੀ ਲੈ ਲਿਆ ਜੀ 2 ਵੀਕਾਂ ਦੇ ਵਿੱਚ। ਇਹ ਮੈਂ ਹੈਰਾਨ ਆ ਵੀ ਪੁਲਿਸ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਨੇ ਬਦਲਾ ਲੈ ਲਿਆ ਹੈ ਜੀ। ਪੁਲਿਸ ਵਾਲੇ ਕਹਿੰਦੇ ਜੀ ਸਾਨੂੰ ਪਤਾ ਹੈ ਦੋਨੀ ਤੇ ਕੌਣ ਆ। ਹੁਣ 에ਅਰਪੋਰਟ ਤੇ ਹਾਈਲੀ ਸਿਕਿਉਰ ਏਰੀਆ ਹੋਵੇ ਹਾਂਜੀ ਤੇ ਪੁਲਿਸ ਦੇ ਸਾਹਮਣੇ ਉੱਥੇ ਬੰਦੇ ਗੋਲੀਆਂ ਮਾਰ ਕੇ ਬੰਦੇ ਫਰਾਰ ਹੋ ਜਾਣ, ਮਤਲਬ ਕਮਾਲ ਦੀ ਗੱਲ ਹੀ ਆ। ਉਹਨਾਂ ਨੂੰ ਚੇਸ ਕਰਨ ਦੀ ਕੋਸ਼ਿਸ਼ ਕੀਤੀ ਜੋਲ ਸਾਹਿਬ, ਪਰ ਹੋਈ ਨਹੀਂ ਗਈ। ਨਹੀਂ ਮਤਲਬ ਕਮਾਲ ਦੀ ਗੱਲ ਹੀ ਆ ਨਾ ਵੀ ਹੁਣ 에ਅਰਪੋਰਟ ਤੋਂ ਵੱਧ ਸਿਕਿਉਰ ਕਿਹੜਾ ਏਰੀਆ ਆ, ਨੋ ਜੀ। ਉਹ ਉੱਥੇ ਨਹੀਂ ਤੁਸੀਂ ਬੰਦਿਆਂ ਨੂੰ ਫੜ ਸਕੇ, ਉਹ ਬੰਦਾ ਮਾਰ ਕੇ ਉੱਥੋਂ ਪੁਲਿਸ ਦੇ ਸਾਹਮਣੇ ਭੱਜ ਗਏ ਆ। ਹਾਂਜੀ ਤੇ ਮਗਰ ਹੁਣ ਗੱਡੀਆਂ ਭਜਾਈ ਫਿਰੋ। ਇੱਥੋਂ ਦਾ ਤੇ ਸਿਸਟਮ ਆ ਵੀ ਜੇ ਉਹ ਤੇਜ਼ ਗੱਡੀ ਭਜਾ ਰਿਹਾ ਤੇ ਸੇਫਟੀ ਨੂੰ ਖਿਆਲ ਚ ਰੱਖਦਿਆਂ ਤੁਸੀਂ ਤੇਜ਼ ਉਹਦਾ ਪਿੱਛਾ ਨਹੀਂ ਕਰਨਾ ਹੈ ਜੀ। ਉਹ ਕਿਸੇ ਨੂੰ ਫੜਨਾ ਹੋਵੇ ਤਾਂ ਜੋਲ ਸਾਹਿਬ ਹੈਲੀਕਾਪਟਰ ਨਾਲ ਫੜ ਲੈਂਦੇ, ਫੜ ਫੜਨਾ ਨਹੀਂਗਾ। ਹਾਂ, ਪਰ ਉਹਦੇ ਮਗਰ ਉਹਨੇ ਗੱਡੀ ਜੀ ਲਾਈ, ਜਦੋਂ ਤੇਜ਼ ਦੇਖਿਆ ਵੀ ਆਪਾਂ ਫੁਟੇਜ ਚ ਦਿਸਦਾ, ਉਹ ਭਜਾ ਕੇ ਗੱਡੀ, ਤੇ ਉਹਨੇ ਪੁਲਿਸ ਵਾਲੇ ਨੇ ਆਪਣੀ ਗੱਡੀ ਰੋਕ ਲਈ ਉੱਥੇ ਹੀ। ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਪੁਲਿਸਾਂ ਨੂੰ ਸਭ ਕੁਝ ਪਤਾ ਲੱਗ ਜਾਂਦਾ ਵੀ ਕੌਣ ਕੀ ਕਿੱਦਾਂ ਹੋ ਰਿਹਾ, ਤੇ ਪਰ ਜਿੱਥੇ ਇਹਨਾਂ ਨੇ ਨਹੀਂ, ਇਨ ਐਕਸ਼ਨ ਆ, ਇਨ ਐਕਸ਼ਨ ਸਾਫ਼ ਨਜ਼ਰ ਆ ਰਿਹਾ ਹੈ ਵੀ ਤੁਹਾਨੂੰ ਪਤਾ ਲੱਗ ਰਿਹਾ ਵੀ ਇੱਕ ਦੂਜੇ ਤੋਂ ਉਹ ਬਦਲਾ ਲੈ ਰਿਹਾ, ਤੇ ਤੁਹਾਡੀ ਮਤਲਬ ਇੰਨੀ ਜ਼ਿਆਦਾ ਖੁਫੀਆ ਇਨਫੋਰਮੇਸ਼ਨ ਫੇਲਡ ਆ ਵੀ ਤੁਸੀਂ ਇਹ ਇਨਸੀਡੈਂਟ ਨਾ ਰੋਕ ਪਾ ਰਹੇ ਆ ਤੇ ਨਾ ਕਾਤਲਾਂ ਨੂੰ ਤੁਸੀਂ ਅਰੈਸਟ ਕਰ ਪਾ ਰਹੇ ਆ। ਇਹ ਹੈਰਾਨੀ ਦੀ ਗੱਲ ਹੈ। ਸਾਹਿਬ ਆਪਾਂ ਇੱਕ ਨਿਊਜ਼ ਪਹਿਲਾਂ ਸਾਂਝੀ ਕੀਤੀ ਸੀ ਕਿ ਵੈਨਕੂਵਰ ਦੇ ਵਿੱਚ ਰਿਕਾਰਡ ਤੋਂ ਜਿਹੜੀਆਂ ਦੇਸ਼ਾਂ ਡੈਥਸ ਹੋ ਚੁੱਕੀਆਂ ਕਿ 2-3 ਮਹੀਨੇ ਦੇ ਵਿੱਚ ਇੱਕ ਵਾਰੀ 183 ਜਾਣੇ ਮਰ ਚੁੱਕੇ ਆ। ਯੈਸ, ਔਰ ਮੈਂ ਹੈਰਾਨ ਆ ਜੀ ਵੀ ਇਹ ਜਿਹੜੇ 183 ਇਹ ਛੋਟੇ ਜਿਹੇ 2-3 ਸ਼ਹਿਰਾਂ ਦੇ ਵਿੱਚ ਹੀ, ਉੱਥੇ ਵੈਨਕੂਵਰ ਸਰੀ ਵਗੈਰਾ ਚ ਹੈਗੇ ਨੇ, ਤੇ ਪੰਜਾਬੀ ਹੀ ਮੈਜੋਰਟੀ ਇਹਨਾਂ ਦੇ ਵਿੱਚੋਂ ਪੰਜਾਬੀ ਹੈ ਨਾ, ਪੰਜਾਬੀ ਹੈ ਨਾ, ਕੈਨੇਡੀਅਨ ਜੰਪਲ ਵੀ ਆ ਉਹਦੇ ਵਿੱਚ। ਅੱਛਾ, ਕੈਨੇਡੀਅਨ ਜੰਪਲ ਜ਼ਿਆਦੇ ਆ। ਅੱਛਾ, ਹੁਣ ਮੈਂ ਹੈਰਾਨ ਆ ਵੀ ਅਕਸਰ ਇਹ ਨੌਜਵਾਨ ਅਵਸਥਾ ਆ ਵੀ ਬਾਈ ਇੰਨੀ 19 ਸਾਲ ਦੀ ਉਮਰ ਚ ਉਹਨੇ ਇਕੱਲੇ ਨੇ ਘਰ ਲੈ ਕੇ ਕੋਈ ਵਿਆਹ ਇਹੋ ਜਿਹਾ ਪਰਿਵਾਰ ਸਿਰਜ ਨਹੀਂ ਲਿਆ ਵੀ ਪੇਰੈਂਟਸ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕੌਣ ਹੈ ਜਾਂ ਕਿੱਥੇ ਹੈ। ਹਾਂਜੀ ਹਾਂਜੀ ਅਕਸਰ ਉਹ ਕਿਤੇ ਕਿਸੇ ਪੇਰੈਂਟਸ ਗ੍ਰੈਂਡ ਪੇਰੈਂਟਸ ਨਾਲ ਕਿਸੇ ਫੈਮਿਲੀ ਨਾਲ ਰਹਿ ਰਹੇ ਲੋਕ ਆ, ਬਿਲਕੁਲ ਜੀ। ਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਗੰਨਾਂ ਚੱਕੀ ਫਿਰਦੇ ਆ। ਪਤਾ ਹੋਣਾ ਜੋਲ ਸਾਹਿਬ, ਇਹ ਕਿੱਦਾਂ ਹੋ ਸਕਦਾ? ਮਾਪਿਆਂ ਨੂੰ ਪਤਾ ਨਾ, ਮਾਪੇ ਦਾ ਬੈਗ ਦੇਖ ਕੇ ਦੱਸ ਦਿੰਦੇ ਧੀ ਪੁੱਤ ਕਿੱਥੋਂ ਆਇਆ ਜੋਲ ਸਾਹਿਬ। ਇਸੇ ਕਰਕੇ ਮੈਂ ਕਹਿੰਦਾ ਵੀ ਅਸੀਂ ਸਿਫਤਾਂ ਸੁਣਨ ਤੇ ਕਰਨ ਦੀ ਜਿੰਨਾ ਚਿਰ ਇਹ ਜਿਹੜੀ ਬੁਰੀ ਆਦਤ ਆਪਣੀ ਛੱਡਦੇ ਨਹੀਂ, ਕਮਜ਼ੋਰੀ, ਉਹਨਾਂ ਚਿਰ ਇਹ ਸਿੱਟੇ ਨਿਕਲਦੇ ਰਹਿਣਗੇ। ਅੱਖਾਂ 'ਚ ਗਲੇਡੂ ਜਦੋਂ ਫਿਰ ਇਹ ਲੋਕ ਬਾਅਦ 'ਚ ਤਾਹਾਂ, ਉਹ ਮੈਨੂੰ ਹਮਦਰਦੀ ਥੋੜੀ ਜਿਹੀ ਘੱਟ ਹੁੰਦੀ ਆ ਵੀ ਤੁਸੀਂ ਪਹਿਲਾਂ ਸੁੱਤੇ ਪਏ ਸੀ, ਪਹਿਲਾਂ ਤੁਹਾਨੂੰ ਕੋਈ ਆ ਕੇ ਦੱਸੇ ਤੁਸੀਂ ਮੰਨਦੇ ਨਹੀਂ। ਹਾਂਜੀ ਮਾਂ ਤੇ ਪਿਓ ਹੈ ਉਹ ਆਪਣੇ ਚਿੱਤੋਂ ਜਾਨੀ ਆਪੇ ਹੀ ਉਹਨੂੰ ਹੱਲਾਸ਼ੇਰੀ ਦੇਣ ਵਾਲੀ ਗੱਲ। ਉਹ ਜਦੋਂ ਤੁਸੀਂ ਇੱਕ ਆਪਣੇ ਬੱਚੇ ਦੀਆਂ ਗਲਤ ਆਦਤਾਂ ਨੂੰ ਕਵਰ ਅਪ ਕਰਦੇ ਹੋ, ਢੱਕਦੇ ਹੋ, ਹਾਂਜੀ ਉਹ ਬੱਚੇ ਨੂੰ ਲੱਗਦਾ ਮੈਂ ਕੁਝ ਠੀਕ ਹੀ ਕਰ ਰਿਹਾ, ਜਿਹੜੇ ਮਾਪਿਓ ਮੇਰੇ ਨਾਲ ਖੜੇ ਆ, ਹਨਾ। ਹਾਂਜੀ ਹਾਂਜੀ ਸੋ ਉਹ ਫਿਰ ਅੱਗੇ ਚੱਲ ਕੇ ਹਾਸਟੇ ਨਿਕਲਦੇ ਆ, ਤੇ ਫਿਰ ਅਸੀਂ ਅਰਥੀ ਚੁੱਕ ਕੇ ਤੁਰ ਪੈਂਦੇ ਆ। ਸੋ ਇਸ ਕਰਕੇ ਅਸੀਂ ਥੋੜੇ ਜਿਹਾ ਅਲਰਟ ਹੋਈਏ, ਅਵੇਅਰ ਹੋਈਏ। ਕੈਨੇਡਾ ਦਾ ਜੀਵਨ ਜੇ ਸਵਰਗ ਬਣਾਉਣਾ ਹੈ, ਸੱਚ ਨੂੰ ਸੱਚ ਕਹੀਏ, ਬਸ ਸਿੰਪਲ ਇਜ਼ ਦੈਟ। ਬਹੁਤ ਮਿਹਰਬਾਨੀ ਜੋਲ ਸਾਹਿਬ, ਥੈਂਕ ਯੂ ਵੈਰੀ ਮਚ।